ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦ ਚੈਨਲ। ਆਈ ਹੋਪ ਤੁਸੀਂ ਸਾਰੇ ਲੈਕਚਰਰ ਕੈਡਰ ਬਾਇਓ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਕਰ ਰਹੇ ਹੋਵੋਗੇ। ਅੱਜ ਆਪਾਂ ਕਰਾਂਗੇ ਮਾਈਕਰੋਬਸ ਇਨ ਹਿਊਮਨ ਵੈਲਫੇਅਰ। ਇਹਦੇ ਵਿੱਚ ਨਾ ਬਹੁਤ ਸਾਰੇ ਨੇਮਸ ਹੈ ਮਾਈਕਰੋਬਸ ਦੇ ਐਂਡ ਉਹਨਾਂ ਦੀ ਐਪਲੀਕੇਸ਼ਨ, ਐਂਡ ਇਹ ਵੀ ਪੁੱਛ ਲੈਂਦੇ ਕਿ ਉਹ ਬੈਕਟੀਰੀਆ ਹੈ ਜਾਂ ਫੰਜਾਈ ਹੈ ਜਾਂ ਵਾਇਰਸ ਹੈ ਵਟਐਵਰ, ਰਾਈਟ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਹੈ ਐਂਡ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਿਕੋਜ਼ ਵੀਡੀਓ ਦੇ ਵਿੱਚ ਮੈਂ ਇੱਕ ਸਮਰੀ ਚਾਰਟ ਦਊਂਗੀ ਤੁਹਾਨੂੰ, ਜਿਹਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਕਿਹੜਾ ਮਾਈਕਰੋਬ ਕਿੱਥੇ ਯੂਜ਼ ਹੁੰਦਾ ਹੈ। ਓਕੇ, ਸੋ ਡੋਂਟ ਸਕਿਪ ਦ ਵੀਡੀਓ। ਸੋ ਆਪਾਂ ਸਟਾਰਟ ਕਰਦੇ ਹਾਂ ਵਿਦ ਦ ਫਰਸਟ MCQ ਐਂਡ ਦ ਫਰਸਟ MCQ ਇਜ਼ ਵੈਰੀ ਈਜ਼ੀ, ਹੈ ਨਾ। ਸੋ ਵਿਚ ਮਾਈਕਰੋ ਆਰਗੈਨਿਜ਼ਮ ਇਜ਼ ਯੂਜ਼ਡ ਇਨ ਪ੍ਰੋਡਕਸ਼ਨ ਆਫ ਕਰਡ। ਤਾਂ ਕਰਡ ਲਈ ਕਿਹੜਾ ਮਾਈਕਰੋ ਆਰਗੈਨਿਜ਼ਮ ਯੂਜ਼ ਹੁੰਦਾ ਹੈ? ਲੈਕਟੋਬੈਸਿਲਸ, ਜੋ ਕਿ ਕੀ ਹੈ? ਇੱਕ ਬੈਕਟੀਰੀਆ, ਠੀਕ ਹੈ। Next is which microbe is used for commercial production of citric acid? Citric acid ਲਈ ਕਿਹੜਾ microbe use ਹੁੰਦਾ? Penicillium chrysogenum, Aspergillus niger, Saccharomyces cerevisiae ਜਾਂ Lactobacillus bulgaris. So for citric acid ਇਹਦੀ commercial production ਲਈ microbe ਜੋ ਹੈ that is Aspergillus niger, ਠੀਕ ਹੈ। Aspergillus niger ਇੱਕ ਫੰਜਾਈ ਹੈ ਜੋ ਕਿ ਯੂਜ਼ ਹੁੰਦੀ ਹੈ ਫॉर द प्रोडक्शन ऑफ सिट्रिक एसिड, याद रखना है। नेक्स्ट इज Bacillus thuringiensis is important because it produces। सो ये वाला जो बैक्टीरिया है ये की प्रोड्यूस करता है? ਸਭ ਤੋਂ ਪਹਿਲਾਂ ਤਾਂ ਤੁਸੀਂ BT ਕਾਟਨ ਬਾਰੇ ਸੁਣਿਆ ਹੋਣਾ, ਤੇ BT ਕਾਟਨ ਜੋ ਪਲਾਂਟ ਹੈ, BT ਉਹਦੇ ਵਿੱਚ ਇਹਨੂੰ ਹੀ ਰਿਪਰੈਜ਼ੈਂਟ ਕਰਦਾ ਹੈ, Bacillus thuringiensis ਨੂੰ। ਸੋ ਕਾਟਨ ਪਲਾਂਟ ਦੇ ਵਿੱਚ ਇਹ ਵਾਲਾ ਬੈਕਟੀਰੀਆ ਇਨਸਰਟ ਕਰ ਦਿੱਤਾ ਜਾਂਦਾ ਹੈ। ਇਹ ਬੈਕਟੀਰੀਆ ਕਾਟਨ ਪਲਾਂਟ ਨੂੰ ਰੈਜ਼ਿਸਟੈਂਟ ਬਣਾ ਦਿੰਦਾ ਹੈ ਇਨਸੈਕਟ ਪੈਸਟ ਦੇ ਅਟੈਕ ਤੋਂ। ਸੋ ਜੋ ਇਨਸੈਕਟਸ ਹੁੰਦੇ ਆ ਉਹ ਕਾਟਨ ਪਲਾਂਟ ਨੂੰ ਅਟੈਕ ਨਹੀਂ ਕਰਦੇ। ਇਹ ਕਰਦਾ ਕੀ ਹੈ? ਸੋ ਇਹਦਾ ਜੋ ਆਨਸਰ ਹੈ ਉਹ ਆਏਗਾ ਕਰਾਈ ਪ੍ਰੋਟੀਨਸ ਟੌਕਸਿਕ ਟੂ ਇਨਸੈਕਟ ਲਾਰਵੇ। ਇਹ ਕਰਾਈ ਪ੍ਰੋਟੀਨਸ ਇਨਸੈਕਟ ਦੇ ਵਿੱਚ ਇਨਸਰਟ ਕਰ ਦਿੰਦਾ ਹੈ। ਮੀਨਸ ਅਗਰ ਕੋਈ ਇਨਸੈਕਟ ਆ ਕੇ ਪਲਾਂਟ ਨੂੰ ਖਾ ਰਿਹਾ ਹੈ ਤਾਂ ਜੋ ਵੀ ਪਲਾਂਟ ਦਾ ਪਾਰਟ ਇਨਸੈਕਟ ਦੇ ਅੰਦਰ ਜਾਏਗਾ ਉਹਦੇ ਚੋਂ ਕਰਾਈ ਪ੍ਰੋਟੀਨਸ ਰਿਲੀਜ਼ ਹੋ ਜਾਣਗੇ ਜੋ ਕਿ ਇਨਸੈਕਟ ਦੇ ਲਾਰਵਾ ਲਈ ਟੌਕਸਿਕ ਹੈ ਨਾ। ਤਾਂ ਉਹ ਵਾਲੇ ਜੋ ਪ੍ਰੋਟੀਨਸ ਹੈ ਇਨਸੈਕਟ ਦੇ ਅੰਦਰ ਜਾ ਕੇ ਉਹਦੇ ਇੰਟੈਸਟਾਈਨ ਦੇ ਵਿੱਚ ਹੋਲਸ ਕਰ ਦਿੰਦੇ ਆ, ਜਿਹਦੇ ਨਾਲ ਵਿਦਿਨ ਫਿਊ ਡੇਜ਼ ਉਹਦੀ ਡੈਥ ਹੋ ਜਾਂਦੀ ਹੈ। ਸੋ एक जेनेटिकली मॉडिफाइड क्रॉप ਦੀ एग्जांपल है BT कॉटन, ठीक है। क्राई प्रोटीन्स रिलीज करता है जो कि इंसेक्ट लार्वा ਲਈ टॉक्सिक है। ओके, नेम याद रखना, Bacillus thuringiensis। नेक्स्ट इज which association is correctly matched? ਇਹਨਾਂ ਚੋਂ ਕਿਹੜਾ ਆਪਸ਼ਨ ਹੈ ਜੋ ਕਰੈਕਟਲੀ ਮੈਚਡ ਹੈ? ਰਾਈਜ਼ੋਬੀਅਮ ਲੈਗਿਊਮ ਰੂਟਸ, ਠੀਕ ਹੈ ਨਾ। ਜਿਹੜੇ ਲੈਗਿਊਮਿਨਸ ਪਲਾਂਟਸ ਹੁੰਦੇ ਆ ਲਾਈਕ ਗ੍ਰਾਮਸ, ਉਹਨਾਂ ਵਿੱਚ ਉਹਨਾਂ ਦੀ ਰੂਟਸ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਰਹਿੰਦਾ ਨੋਡਿਊਲਸ ਦੀ ਫਾਰਮ ਦੇ ਵਿੱਚ, ਹੈ ਨਾ। ਸੋ ਨੋਡਿਊਲਸ ਦੀ ਫਾਰਮ ਦੇ ਵਿੱਚ ਇਹ ਬੈਕਟੀਰੀਆ ਜੋ ਹੈ ਐਟਮੋਸਫੇਰਿਕ ਨਾਈਟ੍ਰੋਜਨ ਨੂੰ ਫਿਕਸ ਕਰਦਾ। ਸੈਕਿੰਡ ਇਜ਼ ਐਨਾਬੀਨਾ ਅਜ਼ੋਲਾ ਲੀਵਸ। ਓਕੇ, ਅਜ਼ੋਲਾ ਜੋ ਹੈ ਦੈਟ ਇਜ਼ ਅਕੁਆਟਿਕ ਪਲਾਂਟ, ਉਹਦੀ ਲੀਵਸ ਦੇ ਵਿੱਚ ਐਨਾਬੀਨਾ ਦੈਟ ਇਜ਼ ਸਾਈਨੋਬੈਕਟੀਰੀਆ ਜੋ ਹੈ ਉਹ ਰਹਿੰਦਾ, ਠੀਕ ਹੈ। ਅੱਛਾ, ਨੈਕਸਟ ਇਜ਼ ਫਰੈਂਕੀਆ ਐਲਨਸ ਰੂਟਸ। ਓਕੇ, ਸੋ ਐਲਨਸ ਪਲਾਂਟ ਦੀ ਰੂਟਸ ਦੇ ਵਿੱਚ ਕੌਣ ਰਹਿੰਦਾ? ਫਰੈਂਕੀਆ। ਸੋ ਇਹ ਸਾਰੇ ਜੋ ਹੈ ਨਾ ਐਸੋਸੀਏਸ਼ਨਸ ਉਹ ਸਾਰੇ ਦੇ ਸਾਰੇ ਸਹੀ ਹੈ। ਸੋ ਕਰੈਕਟ ਆਂਸਰ ਆਪਣਾ ਕੀ ਆਏਗਾ? ਆਲ ਆਫ ਥੀਸ। ਯਾਦ ਰੱਖਣਾ, ਤੁਹਾਨੂੰ ਪਾਰਟਿਕੂਲਰ ਕੋਈ ਵੀ ਐਗਜ਼ਾਮਪਲ ਵੀ ਆ ਸਕਦੀ ਹੈ। ਨੈਕਸਟ ਇਜ਼ ਸਟੈਟਿਨਸ ਦੈਟ ਲੋਅਰ ਬਲੱਡ ਕੋਲੈਸਟਰੋਲ ਆਰ ਪ੍ਰੋਡਿਊਸਡ ਬਾਈ। ਸਟੈਟਿਨਸ ਨਾ ਇੱਕ ਡਰਗ ਹੈ ਜੋ ਕਿ ਬਲੱਡ ਕੋਲੈਸਟਰੋਲ ਨੂੰ ਲੋ ਕਰ ਦਿੰਦੀ ਹੈ, ਠੀਕ ਹੈ। ਹੁਣ ਇਹ ਕੌਣ ਪ੍ਰੋਡਿਊਸ ਕਰਦਾ ਹੈ? ਪੈਨੀਸੀਲੀਅਮ ਨੋਟੇਟਮ, ਮੋਨੈਸਕਸ ਪਰਪਿਊਰੀਅਸ, स्ट्रेप्टोकोकस थर्मोफिलस या फिर राइजोबियम लेग्यूमिनोसेरम। हाँ जी, सो ये जो है स्टैटिन्स दैट इज प्रोड्यूस्ड बाय मोनेस्कस परप्यूरियस। मोनेस्कस परप्यूरियस एक फंजाई है जो कि यूज होती है टू मेक द ड्रग, एंड वो ड्रग का नेम की है स्टैटिन्स, जो कि करता ब्लड कोलेस्ट्रॉल ਨੂੰ ਲੋਅਰ ਕਰ ਦਿੰਦਾ। ਸੋ ਯਾਦ ਰੱਖਣਾ, ਦਿਸ ਇਜ਼ ਇੰਪੋਰਟੈਂਟ। नेक्स्ट इज विच ऑफ द फॉलोइंग इज यूज्ड इन प्रोडक्शन ऑफ एसिटिक एसिड। एसिटिक एसिड यानी कि विनेगर, ओके, द कॉमन नेम विनेगर है। ਇਹਦੇ ਲਈ ਕਿਹੜਾ ਮਾਈਕਰੋਬ ਯੂਜ਼ ਹੁੰਦਾ ਹੈ? ਐਸੀਟੋਬੈਕਟਰ ਐਸੀਟਾਈ, ਹੈ ਨਾ, ਇਹ ਯੂਜ਼ ਹੋਏਗਾ ਬਿਕੋਜ਼ ਦੇਖੋ ਇਹਦੇ ਵਿੱਚ ਵੀ ਐਸੀਟਿਕ ਆ ਰਿਹਾ, ਇਹਦੇ ਵਿੱਚ ਵੀ ਐਸੀਟਾਈ ਆ ਰਿਹਾ, ਤਾਂ ਯਾਦ ਰੱਖਣਾ ਐਸੀਟੋਬੈਕਟਰ ਐਸੀਟਾਈ ਇਜ਼ ਯੂਜ਼ਡ ਫॉर ਪ੍ਰੋਡਕਸ਼ਨ ਆਫ ਵਿਨੇਗਰ। ਜੋ ਲੈਕਟੋਬੈਸਿਲਸ ਹੈ ਦੈਟ ਇਜ਼ ਯੂਜ਼ਡ ਫॉर ਪ੍ਰੋਡਕਸ਼ਨ ਆਫ ਕਰਡ, ਹੈ ਨਾ। ਮਿਥੈਨੋਬੈਕਟੀਰੀਅਮ, ਮਿਥੈਨੋਬੈਕਟੀਰੀਅਮ ਪਤਾ ਜਿਹੜੇ ਰਿਊਮੀਨੈਂਟਸ ਹੁੰਦੇ ਆ ਲਾਈਕ ਕਾਓ ਐਂਡ ਗੋਟ, ਉਹਨਾਂ ਦੇ ਗੱਟ ਦੇ ਵਿੱਚ ਇਹ ਬੈਕਟੀਰੀਆ ਰਹਿੰਦਾ ਹੈ, ਮਿਥੈਨੋਬੈਕਟੀਰੀਅਮ, ਠੀਕ ਹੈ। ਸੋ ਕਾਓ ਦਾ ਜੋ ਹੁੰਦਾ ਕਾਓ ਡੰਗ, ਉਹਦੇ ਵਿੱਚੋਂ ਮਿਥੇਨ ਗੈਸ ਵੀ ਰਿਲੀਜ਼ ਹੁੰਦੀ ਹੈ, ਰਾਈਟ। ਸੋ ਡਿਊ ਟੂ ਥੀਸ ਬੈਕਟੀਰੀਆਜ਼ ਓਨਲੀ ਮਿਥੈਨੋਬੈਕਟੀਰੀਅਮ, ਜੋ ਕਿ ਰਿਊਮੀਨੈਂਟਸ ਦੀ ਗੱਟ ਦੇ ਵਿੱਚ ਰਹਿੰਦਾ। ਦੈਨ ਰਾਈਜ਼ੋਬੀਅਮ ਜੋ ਹੈ, ਰਾਈਜ਼ੋਬੀਅਮ ਆਪਾਂ ਪੜ੍ਹਿਆ ਹੁਣੇ ਰੂਟਸ ਦੇ ਵਿੱਚ, ਨੋਡਿਊਲਸ ਦੇ ਵਿੱਚ ਹੁੰਦਾ, ਲੈਗਿਊਮਿਨਸ ਪਲਾਂਟਸ, ਠੀਕ ਹੈ। ਨੈਕਸਟ ਇਜ਼ ਦ ਪ੍ਰਾਇਮਰੀ ਟ੍ਰੀਟਮੈਂਟ ਆਫ ਸੀਵੇਜ
ਇਨਵੋਲਵਸ ਪ੍ਰਾਇਮਰੀ ਟ੍ਰੀਟਮੈਂਟ ਦੇ ਵਿੱਚ ਕੀ ਹੁੰਦਾ ਸੀਵੇਜ ਨੂੰ ਟ੍ਰੀਟ ਕਰਨ ਲਈ ਦੇਰ ਆਰ 3 ਮੈਥਡਸ 3 ਟ੍ਰੀਟਮੈਂਟਸ ਹੁੰਦੇ ਉਹਦੇ ਪ੍ਰਾਇਮਰੀ ਟ੍ਰੀਟਮੈਂਟ ਸੈਕੰਡਰੀ ਟ੍ਰੀਟਮੈਂਟ ਐਂਡ ਟਰਸ਼ਰੀ ਟ੍ਰੀਟਮੈਂਟ ਪ੍ਰਾਇਮਰੀ ਟ੍ਰੀਟਮੈਂਟ ਦੇ ਵਿੱਚ ਜੋ ਵੱਡੀਆਂ ਇੰਪਿਓਰਿਟੀਜ਼ ਆ ਲਾਈਕ ਪੈਬਲਸ ਹੋ ਗਈ ਸੈਂਡ ਹੋ ਗਈ ਉਹ ਸਾਰੀਆਂ ਰਿਮੂਵ ਕਰ ਦਿੱਤੀਆਂ ਜਾਂਦੀਆਂ ਇੱਕ ਜਾਲੀ ਲੱਗੀ ਹੁੰਦੀ ਹੈ ਮੈਸ਼ ਕਾਈਂਡ ਆਫ ਹੈ ਨਾ ਤਾਂ ਉੱਪਰ ਰਹਿ ਜਾਂਦਾ ਹੈ ਜੋ ਵੀ ਬਿਗ ਮਟੀਰੀਅਲਸ ਹੈ ਬਾਕੀ ਸਾਰਾ ਨੀਚੇ ਪਾਸ ਹੋ ਜਾਂਦਾ ਸੀਵੇਜ ਦੈਨ ਸੈਕੰਡਰੀ ਟ੍ਰੀਟਮੈਂਟ ਦੇ ਵਿੱਚ ਮਾਈਕਰੋ ਆਰਗੈਨਿਜ਼ਮ ਐਡ ਕੀਤੇ ਜਾਂਦੇ ਆ ਐਰੋਬਿਕ ਮਾਈਕਰੋ ਆਰਗੈਨਿਜ਼ਮ ਐਰੋਬਿਕ ਬੈਕਟੀਰੀਆ ਜੋ ਕਿ ਸਾਰਾ ਦਾ ਸਾਰਾ ਜੋ ਵੀ ਸੀਵੇਜ ਹੈ ਉਹਨੂੰ ਕੰਜ਼ਿਊਮ ਕਰ ਲੈਂਦੇ ਉਹਦੇ ਵਿੱਚ ਜਿਹੜਾ ਵੀ ਆਰਗੈਨਿਕ ਮੈਟਰ ਹੈ ਉਹ ਸਾਰਾ ਕੰਜ਼ਿਊਮ ਕਰ ਲੈਂਦੇ ਆ ਠੀਕ ਹੈ ਪ੍ਰਾਇਮਰੀ ਸਲੱਜ ਬਣਾ ਦਿੰਦੇ ਆ ਟਰਸ਼ਰੀ ਟ੍ਰੀਟਮੈਂਟ ਦੇ ਵਿੱਚ ਜੋ ਵੀ ਥੋੜ੍ਹੀਆਂ ਬਹੁਤ ਇੰਪਿਓਰਿਟੀਜ਼ ਰਹਿ ਗਈਆਂ ਉਹਨੂੰ ਵੀ ਕਲੀਨ ਕਰ ਦਿੱਤਾ ਜਾਂਦਾ ਐਂਡ ਕਲੋਰੀਨ ਗੈਸ ਜੋ ਹੈ ਇਹਦੇ ਵਿੱਚ ਪਾਈ ਜਾਂਦੀ ਹੈ ਐਜ਼ ਡਿਸਇਨਫੈਕਟੈਂਟ ਤਾਂ ਜੋ ਵੀ ਜਰਮਸ ਹੁੰਦੇ ਆ ਵਾਟਰ ਦੇ ਵਿੱਚ ਉਹ ਕਿਲ ਹੋ ਜਾਂਦੇ ਆ ਠੀਕ ਹੈ ਸੋ ਪ੍ਰਾਇਮਰੀ ਟ੍ਰੀਟਮੈਂਟ ਪੁੱਛਿਆ ਉਹਨਾਂ ਨੇ ਪ੍ਰਾਇਮਰੀ ਟ੍ਰੀਟਮੈਂਟ ਦੇ ਵਿੱਚ ਕੀ ਹੁੰਦਾ ਫਿਜ਼ੀਕਲ ਰਿਮੂਵਲ ਆਫ ਲਾਰਜ ਪਾਰਟੀਕਲਸ ਠੀਕ ਹੈ ਫਿਜ਼ੀਕਲ ਰਿਮੂਵਲ ਹੁੰਦੀ ਹੈ ਲਾਰਜ ਪਾਰਟੀਕਲਸ ਦੀ ਬਾਇਓਲੋਜੀਕਲ ਆਕਸੀਡੇਸ਼ਨ ਸੈਕੰਡਰੀ ਟ੍ਰੀਟਮੈਂਟ ਹੁੰਦਾ ਐਂਡ ਕਲੋਰੀਨੇਸ਼ਨ ਹੁੰਦਾ ਟਰਸ਼ਰੀ ਟ੍ਰੀਟਮੈਂਟ ਦੇ ਵਿੱਚ ਠੀਕ ਹੈ ਪ੍ਰਾਇਮਰੀ ਦੇ ਵਿੱਚ ਕੀ ਆਏਗਾ ਆਪਸ਼ਨ ਬੀ ਨੈਕਸਟ ਇਜ਼ ਅ ਡਿਕਰੀਜ਼ ਇਨ BOD ਆਫਟਰ ਸੀਵੇਜ ਟ੍ਰੀਟਮੈਂਟ ਇੰਡੀਕੇਟਸ BOD ਹੁੰਦਾ ਬਾਇਓਕੈਮੀਕਲ ਆਕਸੀਜਨ ਡਿਮਾਂਡ ਜਾਂ ਫਿਰ ਬਾਇਓਲੋਜੀਕਲ ਆਕਸੀਜਨ ਡਿਮਾਂਡ ਸੀਵੇਜ ਟ੍ਰੀਟਮੈਂਟ ਦੇ ਡਿਊਰਿੰਗ ਅਗਰ BOD ਘਟ ਰਹੀ ਹੈ ਤਾਂ ਕੀ ਮਤਲਬ ਹੈ ਸਭ ਤੋਂ ਪਹਿਲਾਂ ਤਾਂ BOD ਘਟਦੀ ਕਿਉਂ ਹੈ ਇਹ ਤਾਂ ਘਟਦੀ ਹੈ ਜਦੋਂ ਆਪਾਂ ਉਹਦੇ ਵਿੱਚ ਸੀਵੇਜ ਦੇ ਵਿੱਚ ਐਰੋਬਿਕ ਮਾਈਕਰੋ ਆਰਗੈਨਿਜ਼ਮ ਪਾ ਦਿੰਦੇ ਆ ਤਾਂ ਉਹ ਸਾਰਾ ਆਰਗੈਨਿਕ ਮੈਟਰ ਨੂੰ ਕੰਜ਼ਿਊਮ ਕਰ ਲੈਂਦੇ ਆ ਠੀਕ ਹੈ ਸੋ ਜਿੰਨਾ ਜ਼ਿਆਦਾ ਆਰਗੈਨਿਕ ਮੈਟਰ ਹੁੰਦਾ ਹੈ ਉਨਾ ਜ਼ਿਆਦਾ BOD ਹੁੰਦਾ ਹੈ ਬਟ ਹੁਣ ਕਿਉਂਕਿ ਉਹਨਾਂ ਨੇ ਕੰਜ਼ਿਊਮ ਕਰ ਲਿਆ ਸਾਰਾ ਆਰਗੈਨਿਕ ਮੈਟਰ ਤਾਂ ਉਹਦੇ ਨਾਲ ਜੋ BOD ਹੈ ਬਾਇਓਕੈਮੀਕਲ ਆਕਸੀਜਨ ਡਿਮਾਂਡ ਉਹ ਘਟ ਜਾਂਦੀ ਹੈ ਠੀਕ ਹੈ ਸੋ ਇਹਦਾ ਕੀ ਆਂਸਰ ਆਏਗਾ ਇਨਕਰੀਜ਼ ਇਨ ਆਰਗੈਨਿਕ ਪੋਲਿਊਟੈਂਟਸ ਡਿਕਰੀਜ਼ ਇਨ ਮਾਈਕਰੋਬੀਅਲ ਐਕਟੀਵਿਟੀ ਜਾਂ ਫਿਰ ਰਿਡਕਸ਼ਨ ਇਨ ਬਾਇਓਡੀਗ੍ਰੇਡੇਬਲ ਆਰਗੈਨਿਕ ਮੈਟਰ ਇਹੀ ਆਏਗਾ ਨਾ ਰਿਡਕਸ਼ਨ ਹੋ ਗਈ ਹੈ ਬਾਇਓਡੀਗ੍ਰੇਡੇਬਲ ਆਰਗੈਨਿਕ ਮੈਟਰ ਦੀ ਤਾਂ ਹੀ ਕਰਕੇ ਜੋ BOD ਉਹ ਘਟ ਗਈ ਹੈ ਐਬਸੈਂਸ ਆਫ ਆਕਸੀਜਨ ਇਨ ਵਾਟਰ ਨਹੀਂ ਇਹ ਨਹੀਂ ਆਏਗਾ ਸੋ ਆਪਸ਼ਨ ਸੀ ਇਜ਼ ਕਰੈਕਟ ਯਾਦ ਰੱਖਣਾ ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਸਾਈਨੋਬੈਕਟੀਰੀਅਲ ਬਾਇਓਫਰਟੀਲਾਈਜ਼ਰ ਇਹਨਾਂ ਵਿੱਚੋਂ ਕੌਣ ਹੈ ਜੋ ਸਾਈਨੋਬੈਕਟੀਰੀਅਲ ਬਾਇਓਫਰਟੀਲਾਈਜ਼ਰ ਹੈ ਸਾਈਨੋਬੈਕਟੀਰੀਆ ਕਿਹੜੀ ਹੁੰਦੀ ਹੈ ਬਲੂ ਗ੍ਰੀਨ ਐਲਗੀ ਹੈ ਨਾ BGA ਬਲੂ ਗ੍ਰੀਨ ਐਲਗੀ ਬਾਇਓਫਰਟੀਲਾਈਜ਼ਰਸ ਹੁੰਦੇ ਆ ਜੋ ਆਪਾਂ ਪਲਾਂਟਸ ਨੂੰ ਦਿੰਦੇ ਆ ਮਤਲਬ ਉਹਦੇ ਵਿੱਚ ਲਿਵਿੰਗ ਮਾਈਕਰੋ ਆਰਗੈਨਿਜ਼ਮਸ ਹੁੰਦੇ ਆ ਉਹ ਸੋਇਲ ਦੀ ਫਰਟੀਲਿਟੀ ਨੂੰ ਇਨਹਾਂਸ ਕਰਦੇ ਆ ਤਾਂ ਕੀ ਆਏਗਾ ਦਾ ਐਨਾਬੀਨਾ ਨੋਸਟਾਕ ਓਸੀਲੇਟੋਰੀਆ ਜਾਂ ਆਲ ਆਫ ਥੀਸ ਸੋ ਜੋ ਸਾਰੇ ਦੇ ਸਾਰੇ ਹੈ ਨਾ ਇਹ ਸਾਰੀ ਸਾਈਨੋਬੈਕਟੀਰੀਆ ਹੈ ਸਾਰੇ use ਹੁੰਦੇ as biofertilizers so correct answer is all of these right next is streptokinase produced by streptococcus is used as streptococcus ਨਾਮ ਦਾ ਬੈਕਟੀਰੀਆ ਇੱਕ ਡਰਗ ਬਣਾਉਂਦਾ ਹੈ ਜੋ ਕਿ ਹੈ streptokinase ਇਹ ਕਿੱਥੇ ਯੂਜ਼ ਹੁੰਦੀ ਹੈ ਐਂਟੀਬਾਇਓਟਿਕ no clot buster for removing blood clots yes clot buster for removing blood clots is the correct answer ਇਹ ਅਗਰ ਬਲੱਡ ਕਿਤੇ ਕਲੌਟ ਹੈ ਤਾਂ ਇਹ ਵਾਲੀ ਜੋ ਡਰਗ ਹੈ ਦੈਟ ਇਜ਼ ਯੂਜ਼ਡ ਮਤਲਬ ਮੈਡੀਸਨਸ ਜੋ ਆਪਾਂ ਨੂੰ ਮਿਲਦੀਆਂ ਨਾ ਉਹਦੇ ਵਿੱਚ ਇਹ ਕੈਮੀਕਲਸ ਹੁੰਦੇ ਆ ਜੋ ਕਿ ਜਿੱਥੇ ਵੀ ਲਾਈਕ ਕਲੌਟ ਬਣੀ ਹੋਈ ਹੈ ਉਹ ਬਸਟ ਹੋ ਜਾਏਗੀ ਖੁੱਲ ਜਾਏਗੀ ਸੋ ਬਲੱਡ ਦਾ ਕਲੌਟ ਨਹੀਂ ਬਣੇਗਾ ਨਾ ਹੀ ਇਹ ਵੈਕਸੀਨ ਹੈ ਤੇ ਨਾ ਹੀ ਇਹ ਬਾਇਓਫਰਟੀਲਾਈਜ਼ਰ ਹੈ ਠੀਕ ਹੈ ਸੋ ਬੀ ਆਪਸ਼ਨ ਇਜ਼ ਕਰੈਕਟ ਨੈਕਸਟ ਸਾਈਕਲੋਸਪੋਰਿਨ A is obtained from ਸਾਈਕਲੋਸਪੋਰਿਨ A ਨਾਮ ਦੀ ਡਰਗ ਕਿੱਥੋਂ ਮਿਲਦੀ ਹੈ ਆਪਾਂ ਨੂੰ ਪੈਨੀਸੀਲੀਅਮ ਟ੍ਰਾਈਕੋਡਰਮਾ ਪੋਲੀਸਪੋਰਮ Aspergillus niger ਜਾਂ ਫਿਰ Streptococcus ਸੋ ਟ੍ਰਾਈਕੋਡਰਮਾ ਪੋਲੀਸਪੋਰਮ ਜੋ ਕਿ ਹੈ ਇੱਕ ਫੰਗਸ ਠੀਕ ਹੈ ਇਟ ਇਜ਼ ਅ ਫੰਜਾਈ ਉਹਦੇ ਤੋਂ ਆਪਾਂ ਨੂੰ ਮਿਲਦੀ ਹੈ ਸਾਈਕਲੋਸਪੋਰਿਨ A ਹੁਣ ਤੁਹਾਨੂੰ ਆ ਸਕਦਾ ਹੈ ਯੂਜ਼ ਕਿੱਥੇ ਹੁੰਦੀ ਹੈ ਸਾਈਕਲੋਸਪੋਰਿਨ A ਤਾਂ ਇਹ ਉਹਨਾਂ ਪੇਸ਼ੈਂਟਸ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਆਰਗਨ ਟ੍ਰਾਂਸਪਲਾਂਟ ਹੋਇਆ ਬਿਕੋਜ਼ ਆਰਗਨ ਟ੍ਰਾਂਸਪਲਾਂਟ ਦੇ ਵਿੱਚ ਆਪਣਾ ਜਿਹੜਾ ਇਮਿਊਨ ਸਿਸਟਮ ਹੈ ਉਹ ਰਿਐਕਟ ਕਰਦਾ ਹੈ ਨਾ ਉਹਦੇ ਖਿਲਾਫ ਰਿਐਕਟ ਕਰਦਾ ਹੈ ਮਤਲਬ ਜੋ ਵੀ ਆਰਗਨ ਟ੍ਰਾਂਸਪਲਾਂਟ ਹੋਇਆ ਉਹਨੂੰ ਐਕਸੈਪਟ ਨਹੀਂ ਕਰਦਾ ਤਾਂ ਉਸ ਰਿਐਕਸ਼ਨ ਨੂੰ ਰੋਕਣ ਲਈ ਸਾਈਕਲੋਸਪੋਰਿਨ A ਦਿੱਤਾ ਜਾਂਦਾ ਹੈ ਇਹ ਕੀ ਕਰਦਾ ਸਪਰੈਸ ਕਰ ਦਿੰਦਾ ਹੈ ਆਪਣੇ ਇਮਿਊਨ ਸਿਸਟਮ ਨੂੰ ਠੀਕ ਹੈ ਜਿਹਦੇ ਨਾਲ ਆਰਗਨ ਟ੍ਰਾਂਸਪਲਾਂਟ ਸਕਸੈਸਫੁਲ ਰਵੇ ਮਤਲਬ ਆਪਣੀ ਬਾਡੀ ਰਿਐਕਟ ਨਾ ਕਰੇ ਉਹਦੇ ਖਿਲਾਫ ਓਕੇ ਹਾਂਜੀ ਸੋ ਦਿਸ ਇਜ਼ ਦਾ ਸਮਰੀ ਆਫ ਆਲ ਦ ਮਾਈਕਰੋ ਆਰਗੈਨਿਜ਼ਮਸ ਇਹਦੇ ਵਿੱਚ ਬਹੁਤ ਸਾਰੇ ਮਾਈਕਰੋ ਆਰਗੈਨਿਜ਼ਮਸ ਆਪਾਂ ਨਹੀਂ ਕਵਰ ਕੀਤੇ MCQs 'ਚ ਸੋ ਤੁਸੀਂ ਸਾਰੇ ਜ਼ਰੂਰ ਪੜ੍ਹਨੇ ਆ ਐਂਡ ਤੁਸੀਂ ਯਾਦ ਰੱਖਣਾ ਹੈ ਉਹਦਾ ਨੇਮ ਉਹਦਾ ਟਾਈਪ ਉਹ ਬੈਕਟੀਰੀਆ ਹੈ ਯੀਸਟ ਹੈ ਫੰਜਾਈ ਹੈ ਜਾਂ ਫਿਰ ਵਾਇਰਸ ਹੈ ਐਂਡ ਉਹਦੀ ਐਪਲੀਕੇਸ਼ਨ ਉਹ ਕਿੱਥੇ ਯੂਜ਼ ਹੁੰਦਾ ਹੈ ਸੋ ਯੂ ਕੈਨ ਟੇਕ ਇਟ ਸਕਰੀਨਸ਼ਾਟ ਐਂਡ ਰਿਵਾਈਜ਼ ਇਟ ਓਕੇ ਹਾਂਜੀ ਦਿਸ ਇਜ਼ ਆਲਸੋ ਇੰਪੋਰਟੈਂਟ ਸੋ ਟੇਕ ਦ ਸਕਰੀਨਸ਼ਾਟ ਇਹਨੂੰ ਤੁਸੀਂ ਜ਼ਰੂਰ ਰਿਵਾਈਜ਼ ਕਰਨਾ ਜੋ ਵੀ ਨਹੀਂ ਵੀ ਕਵਰ ਹੋਏ ਇਹਦੇ ਵਿੱਚੋਂ ਕਵਰ ਹੋ ਜਾਣਗੇ And last MCQ is for you. Which biofertilizer forms symbiotic nodules on legume roots? Azotobacter, Rhizobium,
ਨਾਈਟ੍ਰੋਬੈਕਟਰ ਜਾਂ ਸਿਊਡੋਮੋਨਾਸ। ਆਈ ਥਿੰਕ ਇਹ ਕਵਰ ਹੋ ਚੁੱਕਾ ਇੱਕ MCQ 'ਚ, ਹੈ ਨਾ। ਤਾਂ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟਸ 'ਚ ਜ਼ਰੂਰ ਦੇਣਾ। ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟਸ 'ਚ ਦੱਸ ਸਕਦੇ ਹੋ। ਐਂਡ ਇਫ ਯੂ ਵਾਂਟ ਵੀਡੀਓ ਔਨ ਐਨੀ ਪਰਟੀਕੂਲਰ ਟੌਪਿਕ ਤਾਂ ਤੁਸੀਂ ਮੈਨੂੰ ਕਮੈਂਟ 'ਚ ਦੱਸ ਸਕਦੇ ਹੋ। ਆਪਣੀ ਕੁਇਰੀਜ਼ ਲਈ ਤੁਸੀਂ ਮੈਨੂੰ lecturercaderbio@gmail.com ਤੇ ਮੇਲ ਕਰਕੇ ਕਲੀਅਰ ਕਰ ਸਕਦੇ ਹੋ। ਵੀਡੀਓ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰੋ ਜੋ ਲੈਕਚਰਰ ਕੈਡਰ ਬਾਇਓ ਦੀ ਤਿਆਰੀ ਕਰ ਰਹੇ ਆ। ਆਪਣਾ ਫੀਡਬੈਕ ਜ਼ਰੂਰ ਦੇਣਾ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ। ਪੋਜ਼ਿਟਿਵ ਫੀਡਬੈਕ ਹੈ, ਨੈਗੇਟਿਵ ਫੀਡਬੈਕ ਹੈ, ਵਟ ਐਵਰ ਇਟ ਇਜ਼, ਪਲੀਜ਼ ਕਮੈਂਟ। ਥੈਂਕ ਯੂ ਸੋ ਮਚ।